ਚਮਕੌਰ ਦੇ ਜੰਗ ਵਿੱਚੋਂ ਘੇਰੇ ਚੋਂ ਬਚ ਕੇ ਨਿਕਲ ਗਏ ਹਨ ਅਤੇ ਭਾਈ ਦਇਆਲ ਸਿੰਘ ਸਾਹਿਬ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ। CID ਰਿਪੋਰਟ ਮਿਲੀ ਕਿ ਇਸ ਵੇਲੇ ਸਤਿਗੁਰੂ ਜੀ ਭਾਈ ਸ਼ਮੀਰ ਦੇ ਪਾਸ ਹੈ। ਉਹਨਾਂ ਨੇ ਫਿਰ ਆਪਣੀ ਚਿੱਠੀ ਲਿਖੀ ਕਿ ਤੈਨੂੰ ਸਰਕਾਰ ਦਾ ਕੋਈ ਡਰ ਨਹੀਂ, ਭੈ ਨਹੀਂ, ਇਹਨਾਂ ਨੂੰ ਗ੍ਰਿਫਤਾਰ ਕਰਾ। ਉਹਨਾਂ ਨੇ ਪੱਤਰ ਦਾ ਜਵਾਬ ਬੜੀ ਦਲੇਰੀ ਨਾਲ ਦਿੱਤਾ ਕਿ ਤੁਹਾਡੇ ਧਰਮ ਦੇ ਕੋਈ ਪੀਰ ਤੁਹਾਡੇ ਘਰ ਆ ਜਾਣ, ਤੁਸੀਂ ਉਹਨਾਂ ਦੀ ਸੇਵਾ ਕਰੋਗੇ ਕਿ ਇਸ ਤਰ੍ਹਾਂ ਦਾ ਵਰਤਾਵ ਕਰੋਗੇ। ਸਾਡੇ ਗੁਰੂ ਹਨ, ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ, ਉਹਨਾਂ ਦੇ ਹੁਕਮ ਵਿੱਚ ਪਹਿਰਾ ਦੇ ਰਹੇ ਹਾਂ। ਜੇ ਤੇਰੀਆਂ ਬਾਹਾਂ ਵਿੱਚ ਜ਼ੋਰ ਆ ਤੇ ਜੰਗ ਕਰ ਲੈ, ਦੇਖ ਲਾ ਤੇ ਆ ਕੇ ਲੈ ਜਾ। ਮਹਾਰਾਜ ਦੇ ਨਾਲ ਤੁਸੀਂ ਬੇਅੰਤ ਜੰਗ ਕਰਕੇ ਦੇਖ ਚੁੱਕੇ हैं, ਹਰ ਥਾਂ ਤੁਹਾਨੂੰ ਹਾਰ ਅਤੇ ਅਸਫਲਤਾ ਦਾ ਹੀ ਮੂੰਹ ਦੇਖਣਾ ਪਿਆ। ਤੇ ਜਦੋਂ ਫਿਰ ऐसे समय बने, इन्होंने बड़ी बहादुरी दिखाते रहे, बड़ी वफादारी दिखाई। महाराज सच्चे पातशाह कहन लगे, शमीर तुहाड़ियां बेअंत सेवावां हन, कोई वरदान मंग लो। कहन लगे, महाराज अपनी गुरसिक्खी बख्शो, साडी 84 कट दिओ। महाराज कहन लगे, दुनिया का राज, दुनिया की वडियाई, माया पदार्थ जो चाहूँ वो मिल जाएगा, पर उन्होंने यही मंगया, साड़ी 84 कटो, सिक्खी बख्शो, गुरमत बख्शो, अपनी प्रेमा भगती बख्शो। महाराज इन्हां दा सिदक ते प्यार देख के कहन लगे, कोई नहीं, गुरु नानक पातशाह जी किरपा करनगे। भाई शमीर जी जदों सुते, सुपने दे विच उन्हें बड़े कौतुक देखे, कदी किसी जन्म विच, कदी किसी जन्म च, बहुत जन्म हो गए। अखीरी चंडाल दे जन्म होया, गरीबी सी, बन दे दरख्तों पीलू तोड़ के खा रहे हैं ते नीचे डिग पाए। सुपना खुल गया, देखा तो मूँह विचों पीलू आ। बड़े हैरान, इस तरह के कई सुपने देखे है। आखिरी जिहड़ा सी ते बन दे दरख्तों मैं डिगया, मूँह च पीलू है ते सुता ते अपने बिस्तरे ते बहुत हैरान होया। महाराज जी दे चरणों में आया, बेनती की, महाराज सारी रात मैनू इस तरह सुपना आया, कई जन्म धारे, आखिरी जन्म इस तरह का होया, एक ही कौतुक है। सतगुरु जी कहन लगे, तुसीं बेनती की सी मेरी 84 कटो, जन्म मरण मिटाओ। ये जिन्ने जन्म सी इन्हां दा फल सुपने में भुगता दिता। ये तुहाडा जिहड़ा चंडाल दा आखिरी जन्म सी, यह कुछ होना सी, ये सब भुगता दिते है। तुहाडी इस लोक च भी ते परलोक च भी असीं बांह फड़ी है, क्योंकि तुसीं इस घर की वफादारी दे नाल सेवा हर पक्ष तो कीती है, गुरु घर दीयां खुशियां प्राप्त कीतियां हैं। इस वास्ते महाराज सच्चे पातशाह कहते, जिहड़ा भाई उन्होंने ओट लैंदा है, दोवे थाप दोहां जहानां विच, दोनों जगह विच रखै गुर सूरे। गुरु जो सूरमे हन, अपने प्यारियां दी लाज इज्जत पत रखते हैं। हालत पालत पार ब्रह्म सवारे, सतगुरु जी उन्हों का ये लोक भी सवार दिंदे हैं।
ਹਾਲਤ ਹਾਲਤ ਉਹਨਾਂ ਦਾ ਪਰਲੋਕ ਵੀ ਸਵਾਰ ਦਿੰਦੇ ਹੈ। ਇੱਥੇ ਵੀ ਕਿਸੇ ਪ੍ਰਕਾਰ ਦਾ ਦੁੱਖ ਕਸ਼ਟ ਤਕਲੀਫ ਨਹੀਂ ਆਉਂਦੀ। ਆ ਜਾਏ ਅਤੇ ਬਖਸ਼ਿਸ਼ ਕਰਕੇ ਸੁੱਖ ਦਿੰਦੇ ਹੈ ਅਤੇ ਪਰਲੋਕ ਵਿੱਚ ਉਹਨਾਂ ਨੂੰ ਜਮਾਂ ਦੀ ਸਾਸਨਾ ਜਿਹੜੀ ਹੈ ਉਹ ਭੋਗਣੀ ਨਹੀਂ ਪੈਂਦੀ। ਨਾਮ ਬਾਣੀ ਦੀ ਬਰਕਤ ਨਾਲ ਇੱਥੇ ਵੀ ਸੁੱਖ ਲੈਂਦੇ ਹੈ, ਅਗਲੇ ਲੋਕਾਂ ਵਿੱਚ ਵੀ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਪਾਰਬ੍ਰਹਮ ਪਰਮੇਸ਼ਰ ਸਤਿਗੁਰੂ ਜੀ ਨੇ ਉਹਨਾਂ ਦੇ ਲੋਕ ਪਰਲੋਕ ਦੇ ਸਾਰੇ ਕਾਰਜ ਸਵਾਰ ਦਿੱਤੇ ਹਨ। ਕਾਰਜ ਹੋਏ ਸਗਲੇ ਪੂਰੇ, ਅਤੇ ਉਹਨਾਂ ਦੇ ਜਿੰਨੇ ਵੀ ਕਾਰਜ ਹੈ ਉਹ ਗੁਰਮਤਿ ਤੋਂ ਬਾਹਰ ਕੋਈ ਕਾਰਜ ਕਰਦੇ ਹੀ ਨਹੀਂ। ਜਿਹੜਾ ਵੀ ਕਾਰਜ ਕਰਦੇ ਹੈ ਉਹ ਗੁਰੂ ਸਾਹਿਬ ਨੂੰ ਸਾਖੀ ਜਾਣ ਕੇ ਕਰਦੇ ਹੈ। ਕੋਈ ਐਸਾ ਕਰਮ ਤੇ ਕਰਦੇ ਹੀ ਨਹੀਂ ਜੋ ਪਾਪ ਕਰਮ ਹੋਵੇ। ਜਿਹੜੇ ਵੀ ਉਹ ਪੁੰਨ ਕਰਮ ਨੇਕੀ ਵਾਲੇ ਕਰਮ ਆਰੰਭ ਕਰਦੇ ਹੈ, ਧਰਮ ਵਾਲੇ ਕੰਮ ਆਰੰਭ ਕਰਦੇ ਹੈ, ਸਤਿਗੁਰੂ ਜੀ ਦੀ ਕਿਰਪਾ ਨਾਲ ਉਹਨਾਂ ਦੇ ਜਿੰਨੇ ਵੀ ਕਾਰਜ ਹਨ ਉਹ ਸਾਧ ਸੰਗਤ ਜੀ ਸਾਰੇ ਪੂਰੇ ਹੋ ਜਾਂਦੇ ਆ। ਜਿਵੇਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੰਗ ਹੋ ਰਹੀ ਸੀ, ਕੋਈ ਮਾਇਆ ਦੀ ਖਜ਼ਾਨੇ ਦੀ ਕਮੀ ਆਈ, ਅਰਦਾਸ ਕੀਤੀ ਕਿ ਮਹਾਰਾਜ ਮਾਇਆ ਤੋਂ ਬਿਨਾਂ ਸ਼ਸਤਰਾਂ ਦਾ ਖਰੀਦਣਾ ਅਤੇ ਫੌਜ ਨੂੰ ਤਨਖਾਹ ਵਗੈਰਾ ਦੇਣੀ ਅਤੇ ਰਾਸ਼ਨ ਪਾਣੀ ਕਮੀ ਆ ਰਹੀ ਹੈ। ਕੁਦਰਤੀ ਮਹਾਰਾਜ ਜਿਹੜੀ ਹਥਣੀ ਦੇ ਸਵਾਰ ਸੀ ਉਹ ਧਰਤੀ ਵਿੱਚ ਖੁੱਭ ਗਈ। ਜਦੋਂ ਦੇਖਿਆ ਅਤੇ ਉੱਥੋਂ ਸੋਨੇ ਦੀਆਂ ਮੋਹਰਾਂ ਦੀਆਂ ਭਰੀਆਂ ਹੋਈਆਂ ਗਾਗਰਾਂ ਪ੍ਰਾਪਤ ਹੋਈਆਂ। ਕਿਉਂਕਿ ਮਹਾਰਾਜ ਆਪਣੇ ਪਿਆਰਿਆਂ ਦੀ ਐਸਾ ਸਮਾਂ ਕੋਈ ਆਪਣੇ ਸਹਾਇਤਾ ਕਰਦੇ ਹੈ। ਮਹਾਰਾਜਾ ਰਣਜੀਤ ਸਿੰਘ ਸਾਹਿਬ ਸ਼ੇਰੇ ਪੰਜਾਬ ਬੜੇ ਪ੍ਰਸੰਨ ਹੋਏ ਕਿ ਸਤਿਗੁਰੂ ਜੀ ਆਪ ਦੇ ਚਰਨਾਂ 'ਚ ਅਰਦਾਸ ਕੀਤੀ ਸੀ। ਆਪ ਜੀ ਨੇ ਬੜੀ ਨੇੜੇ ਹੋ ਕੇ ਸੁਣੀ ਹੈ ਅਤੇ ਜੰਗ ਦੇ ਵਿੱਚ ਬੜਾ ਵਿਘਨ ਪੈਣਾ ਸੀ, ਪਰ ਹੁਣ ਆਪ ਜੀ ਨੇ ਮਨੋਮਈ ਕੀਤੀ ਹੋਈ ਅਰਦਾਸ ਜਿਹੜੀ ਹੈ ਉਹ ਪ੍ਰਵਾਨ ਕੀਤੀ ਹੈ, ਖੁੱਲ੍ਹੇ ਖਜ਼ਾਨੇ ਬਖਸ਼ ਦਿੱਤੇ ਹੈ। ਅਤੇ ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ, ਸਤਿਗੁਰੂ ਜੀ ਦੀ ਓਟ ਲੈਣ ਵਾਲਾ ਵਿਅਕਤੀ ਹੈ, ਕੋਈ ਵੀ ਹੋਵੇ ਜਿਹਦੇ ਅੰਦਰ ਸਤਿਗੁਰੂ ਜੀ ਦੇ ਭਰੋਸਾ ਹੈ ਔਰ ਮਹਾਰਾਜ ਦੀ ਓਟ ਲੈ ਕੇ ਚੱਲਦਾ ਹੈ, ਉਹਦੇ ਆਰੰਭੇ ਹੋਏ ਸਤਿਗੁਰੂ ਜੀ ਫਰਮਾਨ ਕਰਦੇ ਹਨ, ਸਾਰੇ ਕਾਰਜ ਜਿਹੜੇ ਹਨ ਉਹ ਪੂਰੇ ਹੋ ਜਾਂਦੇ ਹਨ। ਕਿਉਂਕਿ ਉਹ ਆਪਣੀ ਹੋਂਦ ਨਹੀਂ ਰੱਖਦਾ। ਉਹ ਜਿਹੜਾ ਵੀ ਕਾਰਜ ਆਰੰਭ ਕਰਦਾ ਉਹ ਸਤਿਗੁਰੂ ਜੀ ਦੀ ਓਟ ਲੈ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਰਦਾ ਹੈ। ਸਤਿਗੁਰੂ ਜੀ ਫਿਰ ਸਹਾਇਕ ਹੋ ਜਾਂਦੇ ਹੈ। ਵਿੱਚ ਕਰਤਾ ਪੁਰਖ ਖਲੋਆ ਬਾਲ ਨਾ ਵਿੰਗਾ ਹੋਆ। ਉਸ ਕਾਰਜ ਵਿੱਚ ਮਹਾਰਾਜ ਆਪ ਸ਼ਾਮਿਲ ਹੁੰਦੇ ਹੈ ਅਤੇ ਉਹ ਜਿਹੜੇ ਕਾਰਜ ਹੈ ਸਾਰੇ ਦੇ ਸਾਰੇ ਭਾਈ ਪੂਰੇ ਹੋ ਜਾਂਦੇ ਹਨ। ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ। ਹਰੀ ਹਰ ਪਰਮੇਸ਼ਰ ਦਾ ਨਾਮ ਜਪਦੇ ਆ ਆਤਮਿਕ ਸੁਖ ਵਾਸਤੇ। ਸਹਿਜੇ ਸੁਭਾਵਿਕ ਹੀ, ਸਹਿਜ ਵਿਚਾਰ ਦੁਆਰਾ। ਕਿਉਂਕਿ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁਝੀਐ, ਅਕਲੀ ਕੀਚਿਆ ਦਾਨ। ਵਿਚਾਰ ਦੀ ਲੋੜ ਹਰ ਜਗ੍ਹਾ ਹੀ ਹੈ। ਵਿਵੇਕ ਬੁੱਧੀ ਦੇ ਨਾਲ ਜਿਹੜਾ ਕਾਰਜ ਕੀਤਾ ਜਾਏ ਗੁਰਮਤਾ ਕਰਕੇ ਸੰਗਤ ਵਿੱਚ, ਉਹਦੇ 'ਚ ਹੋਰ ਵੀ ਬਹੁਤ ਵੱਡੀ ਬਰਕਤ ਹੁੰਦੀ ਹੈ। ਇਸ ਵਾਸਤੇ ਜਿਹੜੇ ਗੁਰਮੁਖ ਪਿਆਰੇ ਹੈ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਜਪਦੇ ਹੈ।
ਜਿੰਨੀਆਂ ਮਨ ਦੀਆਂ ਵਾਸ਼ਨਾਵਾਂ ਹਨ ਉਹਨਾਂ ਨੂੰ ਜ਼ਬਤ ਕਾਬੂ ਕਰ ਲੈਂਦੇ ਹੈ। ਸੁਖ ਸਹਿਜ ਸਹਿਜ ਸੁਭਾਵਕ ਹੀ ਉਹਨਾਂ ਨੂੰ ਇਸ ਲੋਕ ਦੇ ਪਰਲੋਕ ਦੇ ਜਿਹੜੇ ਸੁੱਖ ਹੈ ਉਹ ਪ੍ਰਾਪਤ ਹੋ ਜਾਂਦੇ ਹਨ। ਮੱਜਨ ਹੋਵਤ ਸਾਧੂ ਧੂਰੇ। ਫਿਰ ਸਾਧ ਸੰਗਤ ਵਿੱਚ ਆ ਕੇ ਮਹਾਂਪੁਰਖਾਂ ਦੀ ਧੂੜੀ ਵਿੱਚ ਇਸ਼ਨਾਨ ਕਰਦੇ ਆ। ਜਿਹੜੀ ਸਿੱਖਿਆ ਰੂਪੀ ਧੂੜੀ ਹੈ ਇਹ ਸਿੱਖਿਆ ਦੇ ਨਾਲ ਆਪਣੇ ਮਨ ਨੂੰ ਸ਼ੁੱਧ ਕਰਦੇ ਆ। ਸੰਗਤ ਵਿੱਚ ਦਾਸਾ ਭਾਵ ਧਾਰ ਕੇ ਆਉਂਦੇ ਆ ਨਿਰਮਾਣਤਾ ਦੇ ਨਾਲ। ਫਿਰ ਉਹਨਾਂ ਦੀ ਜਿਹੜੀ ਸਿੱਖਿਆ ਰੂਪੀ ਧੂੜੀ ਹੈ, ਜਿਵੇਂ ਧੂੜ ਭਾਂਡੇ ਨੂੰ ਮਾਂਜ ਕੇ ਸਾਫ਼ ਕਰਦੀ ਹੈ, ਜਿਹੜੀ ਇਹ ਸਿੱਖਿਆ ਰੂਪੀ ਧੂੜੀ ਹੈ ਇਹ ਮਨ ਨੂੰ ਮਾਂਜਦੀ ਹੈ। ਮਨ ਵੀ ਬੜਾ ਸੂਖਸ਼ਮ ਹੈ, ਵਿਚਾਰ ਵੀ ਬੜੀ ਸੂਖਸ਼ਮ ਹੁੰਦੀ ਹੈ। ਦੇਖੋ ਕੌਡਾ ਰਾਖਸ਼ ਹੈ। ਸਤਿਗੁਰੂ ਜੀ ਨੇ ਉਹਨੂੰ ਸ਼ਬਦ ਦੀ ਵਿਚਾਰ ਦੇ ਕੇ ਜੀਵਨ ਪਲਟਿਆ। ਉਜਲ ਕਹਿ ਚਲਕਣਾ ਕੋਟਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਨ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੈ ਲੇਖਾ ਮੰਗਿਆ ਤਿੱਥੈ ਖੜੇ ਦਿਸਨ। ਇਹ ਸ਼ਬਦ ਦੀ ਵਿਚਾਰ ਜਿਹੜੇ ਬਖਸ਼ੀ ਉਹਨੂੰ ਆਪਣੇ ਜਿਹੜੇ ਪਾਪ ਕਰਮ ਸੀ ਉਹਨਾਂ ਦਾ ਅਹਿਸਾਸ ਹੋਇਆ। ਉਹਨੇ ਫਿਰ ਖਿਮਾ ਮੰਗੀ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਉਹ ਵਿਅਕਤੀ ਜਿਹੜਾ ਕਈ ਤਰ੍ਹਾਂ ਦੇ ਪਾਪ ਉਪਦਰਵ ਕਰਦਾ ਸੀ, ਜਦੋਂ ਉਹਨੂੰ ਸਿੱਖਿਆ ਮਿਲ ਗਈ, ਦੀਖਿਆ ਮਿਲ ਗਈ, ਪਾਪ ਕਰਮ ਤਿਆਗ ਤੇ ਉਹ ਧਰਮਸ਼ਾਲਾ ਪੁੰਨਮਈ ਬਣ ਗਈ। ਲੰਗਰ ਚੱਲਣ ਲੱਗ ਪਿਆ। ਦੋਨੋਂ ਵੇਲੇ ਕਥਾ ਕੀਰਤਨ ਨਾਮ ਅਭਿਆਸ ਹੋਣ ਲੱਗ ਪਿਆ। ਤੇ ਪਿਛਲੇ ਪਾਪ ਜਿਹੜੇ ਸੀ ਸੇਵਾ ਸਿਮਰਨ ਕਰ ਕਰਕੇ ਧੋ ਲਿਆ। ਗਾਹਾਂ ਵਾਸਤੇ ਪਵਿੱਤਰਤਾ ਵਾਲਾ ਜਿਹੜਾ ਜੀਵਨ ਸੀ ਉਹ ਪ੍ਰਾਪਤ ਹੋ ਗਿਆ। ਇਸ ਵਾਸਤੇ ਕਹਿੰਦੇ ਹੈ ਮੱਜਨ ਹੋਵਤ ਸਾਧੂ ਧੂਰੇ। ਸਾਧੂਆਂ ਦੀ ਧੂੜੀ ਵਿੱਚ ਇਹ ਇਸ਼ਨਾਨ ਕਰਨਾ ਕਿ ਉਹਨਾਂ ਦੀ ਸੰਗਤ ਵਿੱਚ ਆ ਕੇ ਉਪਦੇਸ਼ ਲੈ ਕੇ, ਸਿੱਖਿਆ ਲੈ ਕੇ ਆਪਣੇ ਮਨ ਦੀਆਂ ਬਿਰਤੀਆਂ ਨੂੰ ਉਜਲ ਕਰ ਲੈਣਾ, ਪਵਿੱਤਰ ਕਰ ਲੈਣਾ। ਜਿਵੇਂ ਇਸ਼ਨਾਨ ਕਰਨਾ ਸਰੀਰ ਦੀ ਪਵਿੱਤਰਤਾ ਹੁੰਦੀ ਹੈ, ਅਤੇ ਗੁਰੂ ਦੀ ਜਿਹੜੀ ਸਿੱਖਿਆ ਹੈ ਇਹ ਮਨ ਨੂੰ ਪਵਿੱਤਰ ਕਰ ਦਿੰਦੀ ਹੈ। ਆਵਣ ਜਾਣ ਰਹੇ ਥਿਤ ਪਾਈ। ਕਿਉਂਕਿ ਜੀਵਾਤਮਾ 84 ਲੱਖ ਜੂਨਾਂ ਦਾ ਗੇੜਾ ਹੈ, ਬਹੁਤ ਵੱਡਾ। ਕਿਹੜੇ ਕਿਹੜੇ ਜਨਮਾਂ 'ਚ ਘੁੰਮਦਾ ਆ ਰਿਹਾ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਤਰੰਗਾ। ਇਹ ਸਾਰਾ ਸ਼ਬਦ ਵਾਚੋ, ਸਾਰੀ ਵਿਆਖਿਆ ਇਹਦੇ ਵਿੱਚ ਦੱਸੀ ਹੋਈ ਹੈ। ਆਉਣਾ ਸੰਸਾਰ 'ਤੇ, ਰਹਿਣਾ ਅਤੇ ਜਾਣਾ। ਕਿਉਂਕਿ ਪਰਾਰਬਧ ਦੇ ਅਨੁਸਾਰ ਇਹ ਜੀਵ ਸੰਸਾਰ 'ਤੇ ਆਉਂਦੇ ਆ। ਜਿੰਨੀ ਪਰਾਰਬਧ ਹੈ ਉਹਦੇ ਅਨੁਸਾਰ ਰਹਿੰਦੇ ਆ। ਜਦੋਂ ਪਰਾਰਬਧ ਮੁੱਕ ਜਾਂਦੀ ਹੈ ਇਹ ਸੰਸਾਰ ਤੋਂ ਜਾਣਾ ਪੈਂਦਾ। ਅਤੇ ਜਿਹੜੇ ਗੁਰਮੁਖ ਪਿਆਰੇ ਹੈ ਉਹਨਾਂ ਨੇ ਸਤਿਗੁਰੂ ਜੀ ਦੇ ਆਸ਼ੇ ਅਨੁਸਾਰ ਜਦੋਂ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ, ਫਿਰ ਉਹਨਾਂ ਦਾ ਆਉਣਾ ਨਹੀਂ ਹੁੰਦਾ, ਪੁਨਰ ਜਨਮ ਨਹੀਂ ਹੁੰਦਾ। ਜਦੋਂ ਜਨਮ ਹੀ ਨਾ ਹੋਇਆ ਕਿ ਜਾਣਾ ਕਿਨ, ਮਰਨਾ ਕਿਨ, ਫਿਰ ਇਹਨਾਂ ਦੋਹਾਂ ਨੂੰ ਜਿੱਤ ਲੈਂਦੇ ਆ। ਨਾ ਉਹਨਾਂ ਦਾ ਆਉਣਾ ਹੈ, ਨਾ ਉਹਨਾਂ ਦਾ ਜਾਣਾ ਹੈ। ਜੇ ਪ੍ਰਸ਼ਨ ਕਰੀਏ ਕਿ ਵੱਡੇ ਵੱਡੇ ਫਿਰ ਜਿਹੜੇ ਬੰਦਗੀ ਵਾਲੇ ਮਹਾਂਪੁਰਖ ਹੈ ਉਹ ਸੰਸਾਰ 'ਤੇ ਕਿਉਂ ਆਉਂਦੇ ਆ? ਜਿਸ ਤਰ੍ਹਾਂ ਵਿਦਿਆਰਥੀ ਸਕੂਲ ਵਿੱਚ ਪੜ੍ਹਦਾ, ਵਿਦਿਆਰਥੀ ਕਾਲ 'ਚ ਸਕੂਲ 'ਚ ਉਹਦਾ ਬਹੁਤ ਸਮਾਂ ਬਤੀਤ ਹੁੰਦਾ। ਟੀਚਰ ਵੀ ਪੜ੍ਹਾਉਣ ਵਾਸਤੇ ਆਉਂਦੇ ਆ, ਉਹਨਾਂ ਦਾ ਵੀ ਕਾਫੀ ਸਮਾਂ ਸਕੂਲਾਂ ਵਿੱਚ, ਪਾਠਸ਼ਾਲਾ ਵਿੱਚ ਗੁਜ਼ਰਦਾ ਹੈ। ਵਿਦਿਆਰਥੀ ਜਿਹੜਾ ਹੈ ਉਹ ਵਿੱਦਿਆ ਲੈਣ ਵਾਸਤੇ ਆਉਂਦਾ, ਟੀਚਰ ਉਹਨੂੰ ਵਿੱਦਿਆ ਦੇਣ ਵਾਸਤੇ ਆਉਂਦਾ। ਇਸ ਤਰ੍ਹਾਂ ਜਿਨ੍ਹਾਂ ਨੇ ਇਹ ਪਰਮਾਰਥੀ ਸਕੂਲ ਵਿੱਚੋਂ ਸਿੱਖਿਆ ਲੈ ਕੇ
ਆਤਮਾ ਗਿਆਨ ਦੀ ਅਵਸਥਾ ਪ੍ਰਾਪਤ ਕਰ ਲਈ ਹੈ, ਉਹਨਾਂ ਦਾ ਹੁਣ ਜੰਮਣਾ ਮਰਨਾ ਤੇ ਮਿਟ ਗਿਆ। ਜੰਮਣ ਮਰਨ ਤਿੰਨ ਕੋ ਜੋ ਹਰ ਕੇ ਲੜ ਲਾਗੇ। ਜੰਮਣ ਮਰਨ ਤਾਂ ਹੈ ਨਹੀਂ। ਪਰਮੇਸ਼ਰ ਉਹਨਾਂ ਨੂੰ ਬਖਸ਼ਿਸ਼ ਦੇ ਕੇ ਸੰਸਾਰੀ ਦੀ ਜੀਵਾਂ ਦੀ ਕਲਿਆਣ ਵਾਸਤੇ ਭੇਜ ਦਿੰਦੇ ਆ ਕਿ ਤੁਸੀਂ ਤਾਂ ਮਨੁੱਖ ਜਨਾਂ ਨੂੰ ਸਫਲ ਕਰ ਲਿਆ, ਕਿ ਹੁਣ ਜਾ ਕੇ ਜਿਹੜੇ ਕਲਯੁਗੀ ਜੀਵ ਆ ਇਹਨਾਂ ਨੂੰ ਵੀ ਸਿੱਖਿਆ ਦਿਓ, ਤਾਂ ਜੋ ਇਹ ਵੀ ਇਹਨਾਂ ਰਸਤਿਆਂ 'ਤੇ ਚੱਲ ਕੇ ਆਪਣੀ ਯਾਤਰਾ ਜਿਹੜੀ ਹੈ ਉਹ ਸਫਲ ਕਰ ਸਕਣ। ਫਿਰ ਉਹ ਪਰਮਾਤਮਾ ਦੇ ਹੁਕਮ ਵਿੱਚ ਭੇਜੇ ਜਾਂਦੇ ਹਨ। ਆਵਣ ਜਾਣ ਰਹੇ ਥਿਤ ਪਾਈ, ਜਿਨ੍ਹਾਂ ਗੁਰਮੁਖਾਂ ਨੂੰ ਇਹ ਅਵਸਥਾ ਮਿਲ ਗਈ, ਆਉਣ ਜਾਣ ਤੋਂ ਰਹਿ ਗਏ। ਥਿਤ ਮੈਨੇ ਉਹਨਾਂ ਨੇ ਵੀ ਇਸ ਸਥਿਤੀ ਵਾਲੀ ਜਿਹੜੀ ਅਵਸਥਾ ਸੀ ਉਹ ਪ੍ਰਾਪਤ ਕਰ ਲਈ, ਜਿੱਥੇ ਜਾ ਕੇ ਮਨ ਜਿਹੜਾ ਚਲਾਇਮਾਨ ਨਹੀਂ ਹੁੰਦਾ, ਬਿਲਕੁਲ ਨਿਰਵਿਕਲਪ ਜਿਹੜੀ ਸਮਾਧੀ ਹੈ ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਅਤੇ ਸਕੂਨ ਵਿੱਚ ਚਲੇ ਜਾਂਦੇ ਹੈ। ਇਸ ਵਾਸਤੇ ਉਹ ਫੁਰਤਾ ਦੇ ਵਿੱਚ, ਜਦੋਂ ਫੁਰ ਅਵਸਥਾ ਹੋ ਜਾਂਦੀ ਹੈ, ਲਿਵ ਜਿਹੜੀ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਜਨਮ ਮਰਨ ਕੇ ਮਿਟੇ ਬਸੂਰੇ, ਜਿਹੜੇ ਜੰਮਣ ਅਤੇ ਮਰਨ ਦੇ ਬਸੂਰੇ ਝੋਰੇ ਸੀ, ਦੁੱਖ ਸੀ, ਸੰਤਾਪ ਸੀ, ਉਹ ਸਾਰੇ ਮਿਟ ਜਾਂਦੇ। ਗ੍ਰੰਥਕਾਰ ਐਸਾ ਦੱਸਦੇ ਹੈ ਕਿ ਜੰਮਣ ਦਾ ਵੀ ਬਹੁਤ ਵੱਡਾ ਦੁੱਖ ਹੈ ਅਤੇ ਮਰਨ ਦਾ ਵੀ ਬੜਾ ਭਾਰੀ ਦੁੱਖ ਹੈ। ਕਿ ਜਿੰਨਾ ਚਿਰ ਸੰਸਾਰ ਵਿੱਚ ਰਹਿੰਦਾ, ਕੋਈ ਸਰੀਰ ਕਰਕੇ, ਕੋਈ ਮਨ ਕਰਕੇ, ਕੋਈ ਬਾਣੀ ਕਰਕੇ, ਕੋਈ ਆਂਢ ਗੁਆਂਢ ਤੋਂ ਕੋਈ ਨਾ ਕੋਈ ਥੋੜ੍ਹੇ ਬਹੁਤ ਦੁੱਖ ਕਲੇਸ਼ ਜਿਹੜੇ ਆ ਉਹ ਚੱਲਦੇ ਹੀ ਰਹਿੰਦੇ ਆ। ਦੁੱਖ ਵੇ ਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਿਉਂ ਦੂਤ, ਇੱਕ ਦੁੱਖ ਰੋਗ ਉੱਠਿਆ ਸੰਤਾਏ, ਵੈਦ ਨਾ ਭੋਲੇ ਦਾਰੂ ਦਾ। ਵਿਛੋੜੇ ਦਾ ਦੁੱਖ ਹੈ, ਭੁੱਖ ਦਾ ਦੁੱਖ ਹੈ, ਮਾਇਆ ਦੀ ਕਮੀ ਹੋਵੇ ਇਹ ਵੀ ਦੁੱਖ ਹੈ, ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਔਰ ਜਮਾਂ ਦਾ ਵੀ ਦੁੱਖ ਹੈਗਾ। ਕਈ ਤਰ੍ਹਾਂ ਦੇ ਜਿਹੜੇ 7 ਪ੍ਰਕਾਰ ਦੇ ਭੈ ਮੰਨੇ ਗ੍ਰੰਥਕਾਰਾਂ ਨੇ ਦੱਸੇ ਹੈ, ਕਈ ਤਰ੍ਹਾਂ ਦੇ ਦੁੱਖ ਹੈਗੇ ਆ। ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਓਟ ਲੈ ਲਈ ਜਾਏ, ਇਹ ਫਿਰ ਨਿਰਵਾਣ ਅਵਸਥਾ ਜਦੋਂ ਪ੍ਰਾਪਤ ਹੋ ਜਾਏ, ਆਉਣਾ ਜਾਣਾ ਵੀ ਰਹਿ ਜਾਂਦਾ ਅਤੇ ਬ੍ਰਹਮ ਗਿਆਨ ਦੇ ਵਿੱਚ ਇਸ ਸਥਿਤੀ ਸਥਿਰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜੰਮਣ ਮਰਨ ਦੇ ਜਿਹੜੇ ਬਸੂਰੇ ਝੋਰੇ ਹੈ, ਦੁੱਖ ਹੈ, ਉਹ ਸਾਰੇ ਦੇ ਸਾਰੇ ਮਿਟ ਜਾਂਦੇ ਹਨ। ਭਰਮ ਭੈ ਤਰੇ ਛੁੱਟੇ ਭੈ ਜੰਮ ਕੇ, ਭਰਮ ਵਿੱਚੋਂ ਅਤੇ ਭੈ ਵਿੱਚੋਂ, ਭਰਮ ਅਤੇ ਭੈ ਦੀਆਂ ਜਿਹੜੀਆਂ ਨਦੀਆਂ ਸੰਸਾਰ ਸਾਗਰ 'ਤੇ, ਇਹਨਾਂ ਵਿੱਚੋਂ ਤਰ ਜਾਂਦੇ ਆ। ਭਰਮ ਹੁੰਦਾ ਆਪਣੇ ਆਪ ਨੂੰ ਮਨਾ ਜਾਣਨਾ, ਦੂਏ ਨੂੰ ਮਨਾ ਜਾਣਨਾ, ਇਹ ਭਰਮ ਬਿਰਤੀ ਹੈ। ਇਹ ਅਗਿਆਨਤਾ ਕਰਕੇ ਹੁੰਦਾ। ਭੈ ਵੀ ਤਾਂ ਹੀ ਹੁੰਦਾ ਜੇ ਦੂਸਰੇ ਨੂੰ ਦੂਸਰਾ ਸਮਝਦਾ, ਅਤੇ ਜੇ ਸਾਰਿਆਂ ਦੇ ਵਿੱਚ ਹੀ ਆਪਣੀ ਆਤਮਾ ਦੇਖ ਲਈਏ, ਇਹ ਭੈ ਕਿਵੇਂ ਹੋਏਗਾ। ਭਗਤ ਨਾਮਦੇਵ ਜੀ ਸਨ, ਅਤੇ ਜਦੋਂ ਮੰਦਰ ਵਿੱਚ ਗਏ ਅਤੇ ਪੰਡਿਆਂ ਨੇ ਵਿਚਾਰਿਆ ਕਿ ਇਹਦੀ ਬੜੀ ਵਡਿਆਈ ਮਹਿਮਾ ਹੋ ਰਹੀ ਹੈ, ਕਿ ਫਲਾਨੀ ਜਗ੍ਹਾ ਇੱਕ ਖੂਹ ਹੈ, ਉੱਥੇ ਕਹਾਵਤ ਬਣੀ ਹੋਈ ਸੀ, ਕੋਈ ਬਾਦਰੂ ਉੱਥੇ ਰਹਿੰਦੀ ਹੈ। ਭਗਤ ਨਾਮਦੇਵ ਨੂੰ ਆਪਾਂ ਕਹਾਂਗੇ ਆ ਘੜਾ ਲੈ ਜਾਓ, ਗਰਮੀ ਬਹੁਤ ਹੈ ਅਤੇ ਸੰਗਤ ਪਿਆਸੀ ਹੈ, ਤੁਸੀਂ ਉਸ ਖੂਹ ਤੋਂ ਜਲ ਲੈ ਕੇ ਆਓ, ਜਲ ਲੈ ਕੇ ਆਓ। ਇਹ ਜਦੋਂ ਜਾਣਗੇ, ਉਹ ਜਿਹੜੀ ਬਾਦਰੂ ਹੈ ਉਹ ਨਾਮਦੇਵ ਨੂੰ ਮਾਰ ਦੇਊਗੀ ਕਿ ਆਪਣੇ ਰਾਜ ਤੋਂ ਰੋੜਾ ਚੱਕਿਆ ਜਾਏਗਾ।
फिर अपनी पूजा दे विच कोई रुकावट नहीं पएगी। तो पुजारी कई वारी किस तरह दी स्कीमां बनाउंदा ते सोचदा, ते जिहड़े परमेश्वर दे प्यारे आ उन्हां दा रखवाला तो उही है, मेरा गुर रखवाला हुआ। भगत जी घड़ा लिया तो चले गए। उत्थे कोई इहो जिहा भूत वगैरह तो है ना। भगवान ने कहा कि आपां नामे की परख करिए। भगवान ने इहो जिहा स्वरूप धार लिया, ये डर जावे। भगत नामदेव ने शब्द पढ़िया, आओ कलंदर केसवा कार अबदाली पेशवा। तू तो कलंदर है। कलंदर मुसलमाना च फकीरां दा फिरका। उस भेख दे जिहड़े साधु कहन लगे मैं तो भूत हाँ। कहते चल भूत ही सही, भूतां विच कौन है? हैगा तो सारे तू ही है, तेरे बिना तो कोई है नहीं। नामदेव जी ने कहा इसे रूप तुसीं दर्शन देने सी। वो घड़ा पानी का लैके चले गए। तो वो जिहड़े पुजारी सी जो चाहुंदे सी कि उत्थे जाणगे बादरू इन्हां नूं मार देवेगी, उल्टा परमेश्वर ने उन्हां नूं दर्शन भी दिता ते बख्शिश भी की। हजूर पातशाह कहंदे है भ्रम भै तरे। भरम और जिहड़ा भै दा सागर है ਉਹਦੇ ਵਿੱਚੋਂ ਉਹ तर ਜਾਂਦੇ ਆ। ਜਦੋਂ ਹੁਣ ਮਹਾਰਾਜ ਜਾ ਰਹੇ ਸੀ ਮੱਛ ਦੇ ਉੱਪਰ, ਤੇ ਮਰਦਾਨਾ ਜੀ ਬੜੇ ਭੈਭੀਤ ਹੋਏ। ਮਹਾਰਾਜ ਕਹਿੰਦੇ ਡਰਨਾ ਨਹੀਂ। ਸਿਮਰਨ ਕਰਦਾ ਤੁਰਿਆ, ਉਹ ਐਸਾ ਹੋਇਆ ਕਿ ਮਰਦਾਨਾ ਜੀ ਡਿੱਗ ਪਏ ਤੇ ਮੱਛ ਨੇ ਕਹਿੰਦੇ ਨਿਗਲ ਲਿਆ। सतगुरु जी ने ऐसा चोज किया, पूरे पेट में प्रवेश किया, इतना आकार बढ़ाया उसकी देह फट गई, तो मरदाना जी को बाहर लैके आ गए। पहला तो भरम सी, हुण किवें बचांगा, डर भी सी, पर सतगुर सच्चे पातशाह समर्थ है रक्षा करने वास्ते। जिमें भी वो चाहन उमें ही अपने प्यारियां की सुरक्षा करने वास्ते वो सर्वशक्तिमान है। भरम बिरती की निवृत्ति भी कर देंगे है, भै दे सागर चों भी तार देंगे हैं। छुट्टे भै जम के, जिहड़े जमां दे भै आ उन्हां तो भी छुटकारा दवा देंगे हैं। क्योंकि भोगन में रोग भै, भोगां विच रोग दा भै, लड़ाई विच हार दा भै। जिहड़ा विद्वान आदमी है उन्हूं मूर्ख दा डर है तो मेरी बेइज्जती ना कर देवे। इस तरह राजे नूं भै है मेरी प्रजा बगावत ना कर देवे। कोई ना कोई भै जिहड़ा तंदुरुस्त नूं भै है मैं बीमार ना हो जावां। धनी नूं भै है कि चोर चक्का लुट के ना लै जाए। इस तरह के जीवात्मा नूं जमां दा भै है। निरभै वैराग एक, धरो नरो साब वेख, गायो मैं अनेक, अब थाकी मोरी मत है। भरतरी जी कहते निरभै पदवी नूं देण वाली एक शक्ति है, वो वैराग आ। विराग जिहड़ा वो विवेक के सहित चाहिए, ज्ञान के सहित। उस तरह का जिमें कोई प्राणी मृतक हो जाता थोड़े समय लिए, तो वैराग सारिਆਂ ਲਈ ਹੁੰਦਾ, पर बाद विच अवस्था उहो जी बन जाती। कहते कबीर साहब के दर्शन वास्ते कोई प्रेमी आया। कबीर साहब जदों कोई प्राणी मृतक हुंदा सी उदों उहदे नाल
ਜਾਂਦੇ ਸੀ। ਮਾਤਾ जी घर सी। पुछया कबीर साहब जी भगत जी कित्थे है? कहते साडे महल्ले कोई पुरानी ਉਹਦੀ मौत हो गई है, ਉਹਦੀ अर्थी नाल गया। कहन लगा जी मैं अगे दर्शन नहीं किए, नाम ही सुनिया सी, निशानी की है? कहते उन्होंने सिर ते कलगी हो गई। जो शमशान घाट वाल आया तो सारिया दे कलगियां नज़र आउण। उन्हें कहा भी माता जी ने कहा कबीर दे कलगी हो, इत्थे सारिया दे नज़र आ रही। जदों फिर ਉਹਦੇ संस्कार की क्रिया पूरी हो गई, वापस मुड़े, तीला तोड़ के सुटिया तो एक कबीर दे रह गई, बाकी किसी दे नहीं। उन्हें जाके फिर नमस्कार की भी यही कबीर साहब है। कबीर साहब ने पूछा किमें आए सी? उन्हें दसिया भी मैं माता जी ने पूछया, उन्हें दसिया भी उत्थे गया, या निशानी दसी सी। फिर जदों मैं आया सारिया दे कलगियां सी ते हुण आप जी दे है। कहंदे उस वेले सारिया दे मन च बैराग सी, संसार नूं झूठा जाणदे सी ते हुण वो संस्कार करके तुर पए। उन्हां दी पहले वाली अवस्था फिर हो गई है, उन्हां दे नज़र नहीं आउंदियां ते साडी अवस्था एक रासिया इहनूं नज़र आ रही है। सो इस वास्ते वो जिहड़े गुरमुख प्यारे है उन्हां दी ऐसी अवस्था हुंदी है, उन्हां नूं भरम नहीं हुंदा। देखो उन्हां नूं हाथी मोहरे मुश्कां बन के सुटिया, इसे तरह नदी विच रोड़िया, अग विच सुटिया, किन्ना कुछ कीता। प्रहलाद दे प्रसंग पढ़ लो, जल अग्नि विच कत्या जले न डुबै, गुर प्रसाद गुरु की प्रसाद कृपा नाल सी, ना तो पानी च डुबिया ना अग ने उन्होंने साड़िया। इस वास्ते कहते भरम नहीं होया मैं पानी में डुब जावांगा, ये भै नहीं होया मेरी मौत हो जाएगी। भरम ते भै दे सागर तो तर जाते, छुट्टे भै जम के। जिहड़ा जमा दा भै है उसों भी गुरमुख प्यारिओ उन्होंने छुटकारा प्राप्त हो जाता है। दयाल दास आया, कहता जी लंगर की सेवा दस गुरु जी ने। कहन लगे कि अमृत छकना पैगा। कहते जी मैं 7वें पातशाह तो सिੱਖੀ धारी है। कहते ठीक है हुण हुक्म इवें ही है, लेकिन मन मनिया ना। ये ब्राह्मण ने अमृत छक लिया। जदों उत्थे आए, खजूर का घोड़ा बड़ा प्यासा सी ते ढाल सी पानी दी, पानी पीता नहीं तो सुंघ के पिछे हट गया। कहन लगे महाराज घोड़े ने पानी नहीं पीता। कहते इत्थे एक दयाल दास नुगरा रहिंदा, ਉਹਦੇ नुगरे पुणे की जिहड़ी बदबू वो आ रही है, घोड़े ने पानी नहीं पीता। अखीरी बहुत बेनतियां कीतियां, वचन मनना पिया। फिर सतगुरु जी ने ते लंगर संगत समेत छकिया ते बख्शिश की सी। ये भी मन च भरम हुंदा है कि शायद मैं नशा छड़ देंगा, मेरा शरीर नहीं चलेगा, पूरी आदत छड़ांगा, मेरे तो छड़ी नहीं जानी, की होएगा। पर बुराई छड्डना सुख ही हुंदा, कोई दुख नहीं हुंदा। जदों बुराई करदा ये बुराई दे घेरे विच लपेटिया हुंदा, जदों उहदे विचों निकल जांदा फिर उन्होंने हुंदा कि बुराई जिहड़ी है उहदे करके मैनूं दुख है। तो जदों ये छड्ड दियांगा ये सुख है। इस तरह कोई नशा है, विशा है, होर कोटियां आदतां हैगियां। तो जदों फिर ये सारे भरम की निवृत्ति हो जाती है तो बुराई करना भी कोई संकट का समा भी बनता, तो वह भै भी हुंदा, उसकी भी निवृत्ति हो जाती है। वो घटां घटां विच एक व्यापक नूं भरपूर व्यापक स्वरूप दे जाते। इको घट घट एक रहा भरपूर,
घटां घटां सारे हिरदियां ਇੱਕੋ ਹੀ ਵਾਹਿਗੁਰੂ ਪਰਮੇਸ਼ਰ ਭਰਪੂਰ ਹੋ ਰਿਹਾ, ਵਿਆਪਕ ਹੋ ਰਿਹਾ। ਉਹਦੀ ਜਿਹੜੀ ਸੱਤਾ ਉਹ ਸਾਰੇ ਵਿਆਪਕ ਹੈ। ਸੰਤ ਪ੍ਰੀਤਮ ਸਿੰਘ ਜੀ ਹੋਏ ਆ ਮਾਨਖੇੜੀ ਵਾਲੇ, ਪਹਿਲਾਂ ਉਹ ਬਹੁਤ ਵੱਡੇ ਡਾਕੂ ਸਨ, ਜਵਾਨ ਬੜੇ ਸੀ, ਸਰੀਰ ਬੜਾ ਵਜਨਦਾਰ ਸੀ। ਤੇ ਸੰਤ ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ ਮਰਿੰਡੇ ਦੇ ਇਲਾਕੇ 'ਚ ਹੋਏ ਆ, ਘਰੇ ਹੀ ਰਹੇ ਆ, ਖੇਤੀ ਕਰਦੇ ਰਹੇ, ਲੰਗਰ ਚਲਾਉਣਾ। ਤੇ ਜਨਮ ਤੋਂ ਸਿੱਧ ਪੁਰਖ ਸੀਗੇ, ਬੜੀ ਸੰਗਤ ਆਪਦੇ ਉਹਨਾਂ ਤੋਂ ਲਾਭ ਲੈਂਦੀ ਸੀ। ਉਹਨਾਂ ਦੇ ਦਰਸ਼ਨ ਵੇਲੇ ਕਰਨੇ ਹੋਣਾ ਤੇ ਸੰਤਾਂ ਨੇ ਕਹਿਣਾ, ਪ੍ਰੀਤਮਾ ਇਹ ਬੁਰੀਆਂ ਆਦਤਾਂ ਛੱਡ ਦੇ, ਇਹਦੇ ਵਿੱਚੋਂ ਕੁਝ ਪ੍ਰਾਪਤੀ ਨਹੀਂ। ਉਹਨੇ ਕਹਿਣਾ ਜੀ ਚੋਰਾਂ ਜਾਰਾਂ ਆਸ਼ਕਾਂ ਕਸਮਾਂ ਨਾਲ ਬਿਹਾਰ। ਫਿਰ ਕੋਈ ਸਮਾਂ ਆਇਆ, ਪਕੜੇ ਗਏ। ਉਹਨੇ ਫਿਰ ਜੇਲ੍ਹ 'ਚ ਰਹੇ ਤੇ ਸ਼੍ਰੀ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰੀ ਗਏ। ਜਿੰਨੇ ਦਿਨ ਰਹੇ ਕੋਈ ਚੀਜ਼ ਖਾਧੀ ਪੀਤੀ ਨਹੀਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚਰਨਾਂ 'ਚ ਅਰਦਾਸ ਕੀਤੀ ਔਰ ਮਹਾਂਪੁਰਖਾਂ ਦੇ ਕਿ ਮਹਾਂਪੁਰਖੋ ਮੈਂ ਤੁਹਾਡੇ ਬਚਨ ਮੰਨੇ ਨੇ ਤੇ ਹੁਣ ਕਿਰਪਾ ਕਰੋ, ਮੇਰੇ ਬੰਧਨ ਕੱਟੋ, ਬੰਦ ਖਲਾਸੀ ਪਾਣੇ ਹੋਏ। ਔਰ ਸਲੋਕ ਟੂਟੇ ਬੰਧਨ ਜਾ ਸਕੇ ਹੋਆ ਸਾਧੂ ਸੰਗ, ਜੋ ਰਾਤੇ ਰੰਗੇ ਕਿ ਨਾਨਕ ਗੂੜਾ ਰੰਗ। ਲੋਕ ਆਏ ਕਾਟੇ ਮਿਟੇ ਗਗਨ, ਫਤਿਹ ਪਈ ਮਨ ਜੀਤ, ਨਾਨਕ ਗੁਰਤੇ ਥਿਤ ਪਈ, ਫਿਰ ਨਾ ਮਿਟਾਇਆ ਜੀਤ। ਤੇ ਜਦੋਂ ਉਹਦੀ ਕਿਰਪਾ ਹੋ ਜਾਏ ਤੇ ਸਿਮਰਨ ਵਾਲਿਆਂ ਦੇ ਬੰਧਨ ਕੱਟੇ ਜਾਂਦੇ ਆ। ਬੜੇ ਬੜੇ ਮਹਾਂਪੁਰਖਾਂ ਵਾਸਤੇ ਬੰਧਨ ਪਏ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਜੇਲ੍ਹਾਂ 'ਚ ਗਏ, ਕਿੰਨੇ ਕੈਦੀਆਂ ਨੂੰ ਰਿਹਾ ਕਰਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 52 ਰਾਜਿਆਂ ਨੂੰ ਬੰਦ ਖਲਾਸੀ ਦਿੱਤੀ, ਹੋਰ ਕਿੰਨੇ ਕੈਦੀਆਂ ਨੂੰ ਔਰ ਬੰਦੀ ਛੋੜ ਕਹਾਇਆ। ਇਸ ਵਾਸਤੇ ਬਾਲਾ ਰਾਓ ਰੁਸਤਮ ਰਾਓ ਦਸਮ ਪਾਤਸ਼ਾਹ ਜੀ ਨੇ ਇੰਨੀ ਕਿਰਪਾ ਕੀਤੀ। ਇਸੇ ਤਰ੍ਹਾਂ ਹੁਣ ਅਰਦਾਸ ਬੇਨਤੀ ਕਰਦੇ ਹੈ, ਬਿਰਥਾ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਬਿਰਥੀ ਨਹੀਂ ਜਾਂਦੀ, ਇਹ ਵੀ ਪ੍ਰੀਖਿਆ ਦੀ ਘੜੀ ਹੁੰਦੀ ਹੈ, ਕੋਈ ਸਮਾਂ ਹੁੰਦਾ। ਤੇ ਸਾਧ ਸੰਗਤ ਦੀ ਅਰਦਾਸ ਕੀਤੀ। ਹੁਣ ਉਹ ਜਦੋਂ ਕੋਈ ਇਹੋ ਜਿਹਾ ਵਿਅਕਤੀ ਫੜਿਆ ਜਾਏ, ਪੁਲਿਸ ਵਾਲਿਆਂ ਨੂੰ ਵੀ ਚਾਅ ਚੜ੍ਹ ਜਾਂਦਾ ਹੈ, 10 ਨੰਬਰੀ ਆ, ਇਸ਼ਤਿਹਾਰੀ ਹੈ। ਫਿਰ ਉਹ ਨੰਬਰ ਬਣਾਉਣ ਵਾਸਤੇ ਜਿੰਨੇ ਅੱਗੇ ਪਿੱਛੇ ਵੀ ਕੋਈ ਜੁਰਮ ਹੁੰਦੇ ਆ, ਉਹ ਸਾਰੇ ਉਹਦੇ ਸਿਰ ਪਾ ਦਿੰਦੇ ਆ। ਇਹ ਇਹਨਾਂ 'ਚ ਸ਼ਾਮਲ ਹੋਇਆ ਹੁਣ। ਉਹਨੇ ਜੀ ਬੜੇ ਪੇਪਰ ਤਿਆਰ ਕੀਤੇ ਤੇ ਹੁਣ ਉਹ ਵੱਡੇ ਅਫਸਰ ਦੇ ਪੇਸ਼ ਕਰਨਾ ਸੀ। ਜਦੋਂ ਪੇਪਰ ਦੇਖੇ ਸਾਰੇ ਕੋਰੇ, ਉਹ ਜਿੰਨੀ ਲਿਖਤ ਲਿਖੀ ਸੀ, ਕੇਸ ਬਣਾਏ ਸੀ, ਉਹ ਸਾਰੀ ਸ਼ਾਹੀ ਉੱਡ ਗਈ। ਉਹ ਕਹਿਣ ਲੱਗੇ ਇਹਨੂੰ ਫੜ ਕੇ ਲਿਆਏ ਆ, ਇਹ ਤਾਂ ਬਹੁਤ ਭਲਾ ਮਾਨਸ ਆਦਮੀ, ਨਾ ਰੋਟੀ ਖਾਧੀ, ਨਾ ਪਾਣੀ ਪੀਤਾ, ਨਾ ਇਹ ਸੁੱਤਾ, ਤੇ ਬਸ ਪਹਿਲੀ ਪੌੜੀ ਪੜ੍ਹੀ ਜਾ ਰਿਹਾ। ਇਹਦੇ 'ਚ ਕਿੰਨੀ ਸ਼ਕਤੀ ਹੈ ਸ਼ਬਦ ਦੇ ਵਿੱਚ। ਗੁਰੂ ਨਾਨਕ ਸਾਹਿਬ ਨੂੰ ਸਿੱਧਾ ਨੇ ਪੁੱਛਿਆ ਸੀ, ਤੁਸੀਂ ਇੱਥੇ ਕਿਹੜੀ ਬਰਕਤ ਨਾਲ ਆਏ ਹੋ? ਮਾਰੇ ਕਹਿੰਦੇ ਸ਼ਬਦ ਜਿੱਤੀ ਸਦ ਮੰਡਲੀ ਕੀ ਤੋਸ ਆਪਣਾ ਪੰਥ ਨਾਲ। ਇਹ ਸ਼ਬਦ ਦੀ ਬਰਕਤ। ਗੜ ਬਗਦਾਦ ਨਵਾਏ ਕਹਿ, ਮੱਕਾ ਮਦੀਨਾ ਸਭ ਨਵਾਇਆ, ਸ਼ਬਦ ਦੀ ਬਰਕਤ ਹੈ। ਉਹਨਾਂ ਨੇ ਕਿਹਾ ਵੀ ਤੁਸੀਂ ਕਹਿੰਦੇ ਕੇਸ ਹੈ, ਇਸ ਤਰ੍ਹਾਂ ਦਾ ਖੂਨਖਾਰ ਵਿਅਕਤੀ ਹੈ, ਆ ਪੇਪਰ ਰੱਖੇ ਆ, ਇਹਦੇ 'ਤੇ ਤਾਂ ਕੋਈ
दिखता है ही नहीं। वो हैरान पे असीं केस बना के लिआए कागज़ कोरे। वो अफसर ने उन्होंने बड़ियां झाड़ां पाईयां ते इन्होंने छड्ड दिता। ये सीधे ही फिर संत बाबा अजीत सिंह जी जो ब्रह्म ज्ञानी दसलपुर वाले ते उन्हां दे चरणां च आवे नमस्कार कीती। कहण लगे सुना प्रीतमा हुण पढ़ चोरां जारां आशिकां कासां नाल बिहार। कहंदे मारा हुण सोझी ना हुण समां इसे ढंग नाल बनना सी ते जीवन दे विच पलटा होना सी। ये संतां ने पंज प्यारे बुलाए, उन्होंने बेनती की। श्री गुरु ग्रंथ साहिब जी महाराज जी के पावन चरणों में जो मर्यादा है गुरमन की, वो मुताबिक उन्होंने फिर अमृत छकाया ते नाल बख्शिश दी। कहन लगे हुण तुसीं अपने पिंड मानखेड़ी जिहड़ी तुहाडी पिता पुरखी जमीन है उत्थे निशान साहिब चला के गुरुद्वारा साहिब बनाओ, महाराज प्रकाश करके कथा कीर्तन प्रवाह चलाओ ते संगतां दे विच विचर के प्रचार करो गुरमत दा और खंडे वाटे का अमृत छकाओ। उन्होंने फिर महापुरखों का वचन मन के इसे प्रकार किया कि उन्होंने भरा लगते सी परिवार चों भाई जीवन सिंह, उन्होंने लंगर विच सेवा खेती की सेवा सारी निभाई ते संतां ने फिर बहुत संगतां नूं अमृत छकाए। ऐसी उन्होंने उच्ची अवस्था बन गई। जदों डाकू हुंदा दूए वास्ते उसकी सोच की हुंदी है, पर जदों अवस्था बदल जाती है, बुद्ध बदली सिद्ध पाई। बुद्धि हो गई है, जिसले बुद्धि बदल जाती है वो डाकू ही संत बन जाता, गुरमुख बन जाता। जिमें हुण दुध है माड़े भांडे पाइए फुट जाता, पर जे भांडे साफ पा के विधि पूर्वक उन्हें जाग लाइए उहदे च किन्ने वधिया वधिया पदार्थ भी बन जाते हैं। जो भी है बत्ती पा के जगाइए वो प्रकाश का कारण भी बन जाता। इस वास्ते प्रकाश के नाल सानूं हनेरे च पईयां सारियां चीज़ां नज़र आउंदियां। इस तरह जदों हिरदे विच आत्मा रूपी ज्योति का प्रकाश हो जाए, अज्ञानता का हनेरा जिहड़ा निवृत्त हो जाए, फिर राग द्वेष वाली जिहड़ी बिरती खत्म हो जाती है। घट घट एक रहा भरपूरे, घटां घटां सारे हिरदियां च इको एक परमात्मा जिहड़ा भरपूर व्यापक रूप नज़र आउण लग पैंदा। ते उहदी दृष्टि के अंदर ना कोई बैरी नहीं बगाना। ऐसी जिहड़ी अवस्था, ऐसी जिहड़ी धारणा है वो साध संगत जी पैदा हो जाती है। साहब सच्चे पातशाह कृपा करते हैं। जिवें देखो हरगोबिंदपुर छेवें पातशाह ने एक जंग उत्थे भी लड़ी है, वो नगर की रचना भी आप की है महाराज सच्चे पातशाह ने। उत्थे जिहड़े मियाँ मीर जी होए है, इन्हां दे गुरु भाई साईं शेख होए है। जलंधर च कोई बस्ती है, वो बस्ती का नाम है उन्होंने नाम से। एक जानी खां ये भी इन्हों का भाई सी, वो बड़ा प्रेमी सी। उत्थे वो भजन बाणी करनी ते महाराज के दर्शन ले आया। उन बड़े प्रेम नाल पढ़ना, जानी को जानी मिला दो, जानी को जानी दिखा दो। जब आया छेवें पातशाह ने मुरे कनात कना ली, उसकी परीक्षा ली।
ਉਹਦੇ ਮਨ 'ਚ ਹੋਰ ਬਹੁਤ ਵਿਰਾਗ ਆ ਗਿਆ ਕਿ ਮੈਂ ਦਰਸ਼ਨ ਲਿਆਇਆ ਸੀ, ਮੇਰਾ ਹਾਲੇ ਕਿਹੜਾ ਕਰਮਹੀਣਾ ਕਿ ਮਹਾਰਾਜ ਨੂੰ ਮੇਰੇ ਕਨਾਤ ਤਣਾਤੀ ਹੈ, ਮੈਨੂੰ ਦਰਸ਼ਨ ਨਹੀਂ ਹੋ ਰਿਹਾ, ਬਸ ਆਹ ਹੀ ਪੜ੍ਹੀ ਜਾਏ। ਮਹਾਰਾਜ ਕਹਿੰਦੇ ਜੇ ਤੂੰ ਪਈ ਬਹੁਤ ਕਾਹਲਾ, ਜਾ ਫਿਰ ਬਿਆਸ ਦਰਿਆ ਦੇ ਵਿੱਚ ਛਾਲ ਮਾਰ। ਉਹ ਭੱਜ ਪਿਆ ਵੀ ਜੇ ਗੁਰੂ ਦਾ ਬਚਨ ਮੰਨ ਕੇ ਦਰਿਆ ਛਾਲ ਮਾਰਨ ਨਹੀਂ ਮਹਾਰਾਜ ਦਰਸ਼ਨ ਹੁੰਦੇ ਆ ਇਹ ਵੀ ਠੀਕ ਹੈ, ਜੇ ਦਰਿਆ 'ਚ ਰੁੜ ਗਿਆ ਤੇ ਉਹਨਾਂ ਦੇ ਹੁਕਮ 'ਚ ਮਰਨਾ ਇਹ ਵੀ ਠੀਕ ਹੈ। ਹੁਕਮ ਦਾ ਮਰਨਾ ਵੀ ਠੀਕ ਹੈ, ਹੁਕਮ ਦਾ ਰਹਿਣਾ ਵੀ ਠੀਕ ਹੈ, ਹੁਕਮ ਦਾ ਜੀਵਨ ਵੀ ਠੀਕ ਹੈ। ਗੱਲ ਤਾਂ ਹੁਕਮ ਦੀ ਹੈ। ਉਹ ਦੌੜ ਪਿਆ ਕਿ ਸਤਿਗੁਰੂ ਜੀ ਨੇ ਗੁਰਮੁਖਾਂ ਨੂੰ ਭੇਜਿਆ, ਪੈ ਲਿਆਓ ਤਾਂ ਪੱਕਾ ਪ੍ਰੇਮੀ। ਫਿਰ ਸਾਧ ਸੰਗਤ ਜੀ ਮਹਾਰਾਜ ਨੂੰ ਪ੍ਰਤੱਖ ਦਰਸ਼ਨ ਬਖਸ਼ਿਸ਼ ਕੀਤੇ, ਕਿਰਪਾ ਹੋਈ। ਫਿਰ ਇਹਨੂੰ ਸਾਈਂ ਸ਼ੇਖ ਨੇ ਬੇਨਤੀ ਕੀਤੀ ਕਿ ਮੈਨੂੰ ਵੀ ਦਰਸ਼ਨ ਕਰਾਓ। ਜਦੋਂ ਫਿਰ ਮਹਾਰਾਜ ਕਰਤਾਰਪੁਰ ਸਾਹਿਬ ਆਏ, ਸਾਈਂ ਸ਼ੇਖ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਇਆ ਅਤੇ ਚਰਨ ਪਾਉਣ ਵਾਸਤੇ ਬੇਨਤੀ ਜਲੰਧਰ ਵਿੱਚ ਕੀਤੀ ਅਤੇ ਮਹਾਰਾਜ ਦੀ ਘੋੜੇ ਦੀ ਲਗਾਮ ਫੜ ਕੇ ਲਿਆਇਆ। ਉੱਥੇ ਜਲੰਧਰ 'ਚ ਮਹਾਰਾਜ ਛੇਵੇਂ ਪਾਤਸ਼ਾਹ ਦਾ ਸਥਾਨ ਹੈ, ਬਸਤੀ ਸ਼ੇਖ। ਸੋ ਪ੍ਰੇਮੀਆਂ ਦੀ ਜਿਹੜੀ ਅਵਸਥਾ ਹੈ ਬੜੀ ਅਲੌਕਿਕ ਹੈ। ਨਾਨਕ ਸਰਨ ਪਰਿਓ ਦੁਖ ਭੰਜਨ, ਇਹ ਦੁੱਖਾਂ ਦਾ ਭੰਜਨ ਨਾਸ਼ ਕਰਨ ਵਾਲੇ ਪਰਮੇਸ਼ਰ, ਅਸੀਂ ਤੁਹਾਡੀ ਸ਼ਰਨ ਵਿੱਚ ਪਏ ਹਾਂ, ਤੁਹਾਡੀ ਸ਼ਰਨ ਵਿੱਚ ਆ ਗਏ ਹਾਂ, ਸਾਡੇ ਦੁੱਖ ਕੱਟ ਦਿਓ। ਬਾਲਾ ਰਾਓ ਰੁਸਤਮ ਰਾਓ ਪੂਨੇ ਸਤਾਰੇ ਦੇ ਕਿਲੇ ਵਿੱਚ ਨਜ਼ਰਬੰਦ ਸੀ। ਬੜੇ ਗੁਰੂ ਪੀਰ ਉਹਨੇ ਧਿਆਏ, ਕਿਤਿਓਂ ਮੁਰਾਦ ਪੂਰੀ ਨਹੀਂ ਹੋਈ। ਉਹ ਜੇਲ੍ਹ ਦੇ ਜਿਹੜਾ ਦਰੋਗਾ ਸੀ ਉਹ ਸਿੱਖ ਸੀ, ਉਹ ਹਰ ਵੇਲੇ ਬਾਣੀ ਪੜ੍ਹਦਾ ਰਹਿੰਦਾ ਸੀ। ਇਹਨੇ ਵੀ ਪੁੱਛਿਆ ਵੀ ਇਹ ਕਲਾਮ ਕਿਹਦੀ ਪੜ੍ਹਦੇ ਨੇ? ਕਹਿਣ ਲੱਗੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਹੈ। ਕਹਿਣ ਲੱਗੇ ਸਾਨੂੰ ਬੜਾ ਲੰਬਾ ਸਮਾਂ ਹੋਇਆ ਕਿ ਅਸੀਂ ਇੱਥੇ ਹੀ ਪ੍ਰਾਣ ਤਿਆਗ ਜਾਵਾਂਗੇ। ਕਹਿਣ ਲੱਗੇ ਤੁਸੀਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਆਰਾਧਨਾ ਕਰੋ, ਉਹ ਕਿਰਪਾ ਕਰਨਗੇ। ਉਹਨੇ ਸੱਚੇ ਆਰਾਧੇ ਨਾਲ ਅਰਦਾਸ ਕੀਤੀ ਤੇ ਮਹਾਰਾਜ ਨੇ ਬੇਨਤੀ ਪ੍ਰਵਾਨ ਕੀਤੀ। ਇੱਕਦਮ ਜੇਲ੍ਹ 'ਚ ਬੜਾ ਪ੍ਰਕਾਸ਼ ਹੋਇਆ, ਮਹਾਰਾਜ ਹਾਜ਼ਰ ਹੋ ਗਏ। ਉਹ ਜਿਹੜੇ ਸੰਤਰੀ ਸੀ ਮੂਰਛਿਤ ਹੋ ਕੇ ਡਿੱਗ ਪਏ, ਜੇਲ੍ਹਾਂ ਦੇ ਜੰਦੇ ਖੁੱਲ੍ਹ ਗਏ। ਪਾਤਸ਼ਾਹ ਕਹਿਣ ਲੱਗੇ ਆਹ ਘੋੜੇ ਦੀ ਰਕਾਬ ਇੱਕ ਜਣਾ ਇੱਧਰੋਂ ਫੜ ਲਓ, ਦੂਆ ਜਣਾ ਦੂਏ ਪਾਸੋਂ। ਮਨਵਾੜ ਜਿੱਥੇ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਗੁਰਦੁਆਰਾ ਬਣਾਇਆ, ਪਹਿਲਾਂ ਜਦੋਂ ਰੇਲ ਜਾਂਦੀ ਸੀ ਇੱਥੇ ਉਤਰ ਕੇ ਫਿਰ ਛੋਟੀ ਲਾਈਨ ਵਾਲੀ ਰੇਲ ਫੜ ਕੇ ਸੰਗਤ ਜਾਂਦੀ, ਇੱਕ ਰਾਤ ਲੱਗਦੀ ਹੁੰਦੀ ਸੀ। ਹੁਣ ਤਾਂ ਸਾਧਨ ਬਹੁਤ ਹੋ ਗਏ। ਉਹ ਬਾਬਾ ਜੀ ਨੇ ਕਿਹਾ ਵੀ ਇੱਥੇ ਇਹਨਾਂ ਦੀ ਰਾਜਧਾਨੀ ਸੀ ਮਨਵਾੜ, ਉੱਥੇ ਦੇ ਹਲੋ ਲਿਆ ਕੇ ਉਤਾਰਿਆ। ਕਿਉਂਕਿ ਜਦੋਂ ਗੁਰੂ ਕੀ ਸ਼ਰਨ ਗ੍ਰਹਿਣ ਕਰੀਏ, ਮਹਾਰਾਜ ਸਮਰੱਥਿਆ ਰਾਖੇ ਆਪਣੇ ਪਿਆਰਿਆਂ ਦੇ। ਸੰਕਟ ਆ ਜਾਂਦੇ ਬੜੇ ਬੜਿਆਂ ਪ੍ਰੇਮੀਆਂ ਦੇ ਵੀ, ਪਰ ਉਹਨਾਂ ਦੀ ਓਟ ਲੈਂਦੇ, ਮਹਾਰਾਜ ਰੱਖਿਆ ਕਰਦੇ। ਬੰਧਨ ਤੇ ਹੋਈ ਛੁਟਕਾਰ। ਨਾਨਕ ਸਰਨ ਪਰਿਓ ਦੁਖ ਭੰਜਨ, ਜਿਹੜੇ ਦੁੱਖਾਂ ਦਾ ਭੰਜਨ ਨਾਸ਼ ਕਰਨ ਵਾਲੇ ਪਰਮੇਸ਼ਰ ਦੀ ਸ਼ਰਨ ਵਿੱਚ ਪਏ ਹਨ। ਅੰਤਰ ਬਾਹਰ ਪੇਖ ਹਜੂਰੇ, ਉਹਨਾਂ ਨੂੰ ਫਿਰ ਐਸੀ ਦਿਵ ਦ੍ਰਿਸ਼ਟੀ ਮਿਲ ਜਾਂਦੀ ਹੈ, ਅੰਦਰ ਵੀ ਬਾਹਰ ਵੀ ਉਸ ਵਾਹਿਗੁਰੂ ਨੂੰ ਹਜੂਰੇ ਹਾਜ਼ਰ ਹੀ ਪੇਖ ਮੈਨੇ ਦੇਖਦੇ ਆ। ਅਰਥ ਹੈ ਉਹਨਾਂ ਨੂੰ ਦੁੱਖੇ ਕਿਤੇ ਨਹੀਂ, ਕਿਤੇ ਚਲੇ ਜਾਣ, ਕਿਉਂਕਿ ਪਰਮੇਸ਼ਰ ਦਾ ਹਰ ਜਗ੍ਹਾ ਹੀ ਹੈ, ਕੋਈ ਕਸ਼ਟ ਨਹੀਂ, ਕੋਈ ਕਲੇਸ਼ ਨਹੀਂ। ਉਹਨਾਂ ਦੀ ਅਵਸਥਾ ਹੀ ਉਨੀ ਉੱਚੀ ਸੁੱਚੀ ਬਣਾ ਦਿੰਦੇ ਆ। ਜੇ ਹੁਣ ਉਹ ਸਿੰਘ ਕਾਰਾਗ੍ਰਹਿ 'ਚ ਫਿਰ ਵੀ ਆਨੰਦ ਆ, ਜੇ ਦੇਗਾਂ ਚੁੱਪਲਦੇ ਫਿਰ ਵੀ ਆਨੰਦ ਆ, ਜੇ ਹਾਰੇ ਫਿਰਦੇ ਆ ਫਿਰ ਵੀ ਆਨੰਦ ਆ, ਚਰਖੜੀਆਂ ਦੇ ਚੜ੍ਹਦੇ ਫਿਰ ਵੀ ਆਨੰਦ ਆ। ਉਹਦਾ ਇਹ ਪੜ੍ਹਦੇ ਆ ਧਨ ਘੜੀ ਧਨ ਚਰ ਘੜੀ, ਧਨ ਅਦਲ ਤੁਮਾਰਾ ਧਰਮ ਹੇਤ ਸਿਰ ਵਾਰਨਾ,
ਇਹ ਗੁਰ ਕਹੈ ਹਮਾਰਾ। ਐਸੀ ਉੱਚੀ ਅਵਸਥਾ ਹੈ। ਇਹ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਵਿਚਾਰ ਆਪ ਸਾਰੀਆਂ ਸੰਗਤਾਂ ਨੂੰ ਸਰਵਣ ਕੀਤੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਜਗਤ ਮਾਤਾ ਸੁਲੱਖਣੀ ਜੀ, ਔਰ ਧੰਨ ਧੰਨ ਬੇਬੇ ਨਾਨਕੀ ਜੀ। ਦਾਸ ਤੇ ਵੀ ਆਪ ਤੇ ਵੀ ਸਾਰਿਆਂ ਦੀ ਕਿਰਪਾ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਨੇ ਇਸ ਪਵਿੱਤਰ ਗੁਰੂ ਘਰ ਵਿੱਚ ਵੀ ਪ੍ਰਬੰਧਕਾਂ ਦੇ ਉਦਮ ਦੁਆਰਾ ਔਰ ਸਰਦਾਰ ਦਵਿੰਦਰ ਸਿੰਘ ਜੀ ਬਾਲ ਸਾਹਿਬ ਸਿੱਖ ਚੈਨਲ ਔਰ ਉਹਨਾਂ ਦੇ ਸਹਿਯੋਗੀ ਸਾਰੇ ਸੇਵਾਦਾਰ, ਕੱਲ੍ਹ ਵੀ ਆਉਣਾ ਸੀ ਅਤੇ ਸਮਾਂ ਕਿਸੇ ਵੇਲੇ ਨਹੀਂ ਬਣ ਸਕਿਆ। ਅੱਜ ਉਹ ਹਾਜ਼ਰ ਹੋਏ ਹੈ। ਸਾਰੇ ਇੰਗਲੈਂਡ ਨਿਵਾਸੀ ਸੰਗਤਾਂ ਔਰ ਯੂਰਪ ਦੀਆਂ ਸੰਗਤਾਂ ਨੂੰ ਉਹਨਾਂ ਦੇ ਉਦਮ ਦੁਆਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਰਸਨਾ ਦੇ ਉਪਦੇਸ਼ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬਾਣੀ ਦੀਆਂ ਵਿਚਾਰਾਂ ਲੈ ਕੇ ਅਸੀਂ ਵੀ ਸਤਿਗੁਰੂ ਜੀ ਦੀ ਸ਼ਰਨ ਗ੍ਰਹਿਣ ਕਰਾਂਗੇ। ਦੋਹਾਂ ਜਹਾਨਾਂ ਵਿੱਚ ਮਹਾਰਾਜ ਸਾਡੇ ਪੜਦੇ ਕੱਢਣਗੇ, ਲਾਜ ਰੱਖਣਗੇ। ਸੋ ਇੰਨੀਆਂ ਬੇਨਤੀਆਂ ਤੋਂ ਪ੍ਰਬੰਧਕਾਂ ਦਾ, ਇੱਥੋਂ ਦੇ ਗ੍ਰੰਥੀ ਸਿੰਘ, ਰਾਗੀ ਸਿੰਘ, ਗਿਆਨੀ ਸਿੰਘ, ਸਮੂਹ ਸੰਗਤ, ਸਾਰੇ ਸਰੋਤੇ ਔਰ ਸਰਦਾਰ ਦਵਿੰਦਰ ਸਿੰਘ ਜੀ ਬਾਲ ਸਾਹਿਬ, ਉਹਨਾਂ ਦੇ ਨਾਲ ਸਹਿਯੋਗ ਦੇਣ ਵਾਲੇ ਸੇਵਾਦਾਰ ਔਰ ਸਮੂਹ ਸੰਗਤ ਜੋ ਉਹਨਾਂ ਨੂੰ ਹਰ ਪੱਖੋਂ ਸਹਿਯੋਗ ਦੇ ਰਹੀ ਹੈ। ਧਰਮ ਦੇ ਕਾਰਜਾਂ ਜੋ ਸਨੱਧਬੱਧ ਹੋ ਕੇ ਇਹ ਗੁਰਮਤਿ ਪ੍ਰਚਾਰ ਦੀ ਸੇਵਾ ਨਿਭਾ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਭਾਈ ਪੱਲਾ ਸਾਹਿਬ ਛੇਵੀਂ ਪਾਤਸ਼ਾਹ ਦੀ ਬਖਸ਼ਿਸ਼ ਹੋਈ ਹੈ ਬਤਾਲੇ ਵਿੱਚ। ਇਹ ਸਾਰੇ ਬਲ ਜਿਹੜੇ ਹੈ ਉੱਥੋਂ ਇਹਨਾਂ ਦਾ ਨਿਕਾਸ ਹੈ। ਮਹਾਰਾਜ ਛੇਵੀਂ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਾਰਿਆਂ ਦਾ ਭਲਾ ਕਰਨ। ਸਭ ਸੁਖਾਲੀ ਗੁਠੀਆ ਇਹੋ ਹੁਆ ਹਲੇ ਮੀਰਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।